ਨਾ ਸਿਰਫ 1971 ਦੀਆਂ ਜਿਹੜੀ ਸਾਡੀ ਡਿਫੀਟ ਸੀ ਉਹਨੂੰ ਅਸੀਂ ਅਵੈਂਜ ਕੀਤਾ ਜਾਂ ਉਹਦਾ ਬਦਲਾ ਲਿਆ, ਇਸ ਸਾਰੇ ਨੇ ਭਾਰਤ ਦੀ ਲੀਡਰਸ਼ਿਪ ਨੂੰ ਸੀਰੀਅਸ ਐਂਬੈਰਸਮੈਂਟ ਔਰ ਹਿਊਮਿਲੇਸ਼ਨ ਦੇ ਵਿੱਚ ਧੱਕ ਦਿੱਤਾ। ਉਹਨਾਂ ਨੂੰ ਨਹੀਂ ਲੱਗਦਾ ਕਿ ਭਾਰਤ ਕੋਈ ਦੁਬਾਰਾ ਹਮਲਾ ਕਰ ਸਕਦਾ। ਭਾਵੇਂ ਉਹਨਾਂ ਨੇ ਕਿਹਾ ਕਿ ਜੀ ਸੰਦੂਰ ਜਿਹੜਾ ਹੈ ਉਹਨੂੰ ਅਸੀਂ ਪੌਜ਼ ਕੀਤਾ, ਮੋਦੀ ਨੇ ਕਿਹਾ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਸੀ, ਜਿਹੜੀ ਇੰਡੀਆ ਨੇ ਬਿਨਾਂ ਕਿਸੇ ਜਿਹੜਾ ਉਹ ਪ੍ਰੂਫ ਦੇ ਉਹ ਪਾਕਿਸਤਾਨ ਨੂੰ ਦੋਸ਼ੀ ਬਣਾਇਆ ਹੋਇਆ ਸੀ। ਇਹਨੇ ਵੀ ਉਹਨਾਂ ਦਾ ਜਿਹੜੀ ਇੰਟਰਨੈਸ਼ਨਲ ਸਟੈਂਡਿੰਗ ਸੀ ਇੰਡੀਆ ਦੀ ਉਹਨੂੰ ਕਮਜ਼ੋਰ ਕੀਤਾ। ਤੁਸੀਂ ਜੇ ਟ੍ਰੇਡ ਵਧਾਉਣ ਦੀ ਗੱਲ ਵੀ ਕਰ ਸਕਦੇ ਹੋ, ਤੁਸੀਂ ਜਿਹੜਾ ਉਹ ਕਾਊਂਟਰ ਟੈਰਰਿਜ਼ਮ ਮੇਸ਼ਰਸ ਦੀ ਗੱਲ ਕਰ ਸਕਦੇ ਹੋ, ਪਰ ਪਹਿਲਾਂ ਜਿਹੜੇ ਕੋਰ ਇਸ਼ੂ ਨੇ ਉਹਨਾਂ ਨੂੰ ਜਿਹੜਾ ਉਹ ਡਿਸਕਸ ਕੀਤਾ ਜਾਏ। ਇਹ ਝੂਠ ਅਜੇ ਵੀ ਕਹਿ ਰਹੇ ਨੇ ਕਿ ਜੀ ਅਸੀਂ ਅਲਟੀਮੇਟਲੀ ਜਿਹੜਾ ਪ੍ਰੀਵੇਲ ਕੀਤਾ ਔਰ ਪਾਕਿਸਤਾਨ ਦੀ ਤੋਬਾ ਕਰਾਤੀ ਤੇ ਉਹਨਾਂ ਨੇ ਸੀਜ਼ ਫਾਇਰ। ਜਦੋਂ ਟਰੰਪ ਬਾਰ-ਬਾਰ ਕਹਿ ਰਿਹਾ ਕਿ ਭਾਈ ਮੈਂ ਇਹਨਾਂ ਦੋਨਾਂ ਦੇ ਕੰਨ ਮਰੋੜੇ ਕਿ ਬਈ ਤੁਹਾਡੇ ਨਾਲ ਅਸੀਂ ਟ੍ਰੇਡ ਨਹੀਂ ਕਰਾਂਗੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ 7 ਤੋਂ 10 ਮਈ ਤੱਕ 4 ਰੋਜ਼ਾ ਭਾਰਤ ਤੇ ਪਾਕਿਸਤਾਨ ਵਿਚਾਲੇ ਡਰੋਨ ਮਿਜ਼ਾਈਲ ਜੰਗ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਬੁਰੀ ਤਰ੍ਹਾਂ ਪਛਾੜਿਆ ਤੇ ਲਤਾੜਿਆ ਹੈ। ਹੁਣ ਪਾਕਿਸਤਾਨ ਦੇ ਸਿਆਸੀ ਨੇਤਾ ਜੇਤੂ ਅੰਦਾਜ਼ ਵਿੱਚ ਭਾਰਤ ਨੂੰ ਵੰਗਾਰ ਰਹੇ ਹਨ, ਜਦੋਂ ਕਿ ਭਾਰਤ ਸਰਕਾਰ ਅਤੇ RSS ਦੇ ਹਿੰਦੂ ਤਵੀ ਝੂਠ ਬੋਲ ਕੇ ਡੰਗ ਟਪਾ ਰਹੇ ਨੇ। ਸੋ ਕੀ ਭਾਰਤ ਭਵਿੱਖ ਵਿੱਚ ਪਾਕਿਸਤਾਨ ਨਾਲ ਟਕਰਾਅ ਦਾ ਖਤਰਾ ਮੁੱਲ ਲਵੇਗਾ? ਇਸ ਬਾਰੇ ਕਿਆਸ ਰਾਈਆਂ ਅੱਜ ਤੱਕ ਵੀ ਚੱਲ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਸਿਆਸਤ ਦੇ ਵਿੱਚ ਅਸੀਂ ਪਾਵਰਸ ਦਾ ਉਭਾਰ ਔਰ ਨਿਗਾਰ ਇਹ ਦੋਵੇਂ ਹੀ ਦੇਖਦੇ ਹਾਂ। ਜਿਸ ਨੂੰ ਜਲਾਲ ਤੇ ਜਵਾਲ ਕਿਹਾ ਜਾਂਦਾ ਹੈ ਪਰਸ਼ੀਅਨ ਦੇ ਵਿੱਚ ਕਿ ਵੀ ਉਸ ਦਾ ਜਲਾਲ ਹੈ ਤੇ ਫਿਰ ਉਸ ਦੀ ਡਾਊਨਵਰਡ ਜਰਨੀ ਹੈ ਜਿਹੜਾ ਜਵਾਲ ਹੈ। ਭਾਰਤ ਜਿਹੜਾ ਟਿੱਡੀ ਵਾਂਗ ਫੁਦਕ ਰਿਹਾ ਸੀ ਆਪਣੇ ਆਪ ਨੂੰ ਨਿਊਕਲੀਅਰ 1998 'ਚ, ਉਸ ਤੋਂ ਪਹਿਲਾਂ 1974 'ਚ, ਔਰ ਹੁਣ ਨਵੀਂ ਅਮਰੀਕਾ ਨਾਲ ਯਾਰੀ ਜਿਹੜੀ ਕਿ ਇੰਡੋ US ਨਿਊਕਲੀਅਰ ਡੀਲ ਤੋਂ ਸ਼ੁਰੂ ਹੋਈ, ਚਾਈਨਾ ਦੇ ਖਿਲਾਫ ਬੁਲਵਾਕ ਬਣਨ ਦੀ ਕਹਾਣੀ, ਔਰ ਮੋਦੀ ਵੱਲੋਂ ਏਡਾ ਵੱਡਾ ਝੂਠ ਦਾ ਜਿਹੜਾ ਉਹ ਪੂਰਾ ਤੂਫਾਨ ਇਹਨਾਂ 2014 ਤੋਂ ਖੜਾ ਕੀਤਾ ਗਿਆ, ਵਿਸ਼ਵ ਗੁਰੂ, ਵਿਸ਼ਵ ਮਿੱਤਰ, ਪਤਾ ਨਹੀਂ ਕੀ ਬਣ ਕੇ, ਔਰ ਉਹ ਇੱਕੋ ਇੱਕ ਬਾਅਦ 151 ਮੁਲਕਾਂ ਦੀ ਟਰੈਵਲ ਕਰਨ ਵਾਲਾ ਪ੍ਰਾਈਮ ਮਿਨਿਸਟਰ ਬਣਿਆ। ਭਾਰਤ ਦੀ ਹਿਸਟਰੀ 'ਚ ਕੋਈ ਪ੍ਰਾਈਮ ਮਿਨਿਸਟਰ ਇੰਨੇ ਮੁਲਕਾਂ 'ਚ ਨਹੀਂ ਗਿਆ, ਔਰ ਹਰ ਥਾਂ ਆਪਣੇ ਹੀ ਉਹ ਹਿੰਦੂ ਤਵੀਆਂ ਗੁਜਰਾਤੀਆਂ ਨੂੰ ਇਕੱਠੇ ਕਰਕੇ ਤਾੜੀਆਂ ਤੂੜੀਆਂ ਮਰਵਾ ਕੇ ਉੱਥੇ ਮੀਡੀਆ 'ਚ ਵੀ ਉਹਨਾਂ ਨੇ ਕਰ ਦੇਣਾ ਜੀ ਮੋਦੀ ਹੁਣ ਵਿਸ਼ਵ ਗੁਰੂ ਬਣ ਗਿਆ, ਹੁਣ ਫਲਾਂ ਵੀ ਉਹਨਾਂ ਦੀ ਸਲਾਹ ਲੈਂਦਾ, ਢਿਮਕਾ ਵੀ ਉਹਨਾਂ ਦੀ ਲੈਂਦਾ। ਫਿਰ ਜਦੋਂ ਵਕਤ ਦੇ ਨਾਲ ਇਕੋਨਮੀ ਥੋੜ੍ਹੀ ਬਹੁਤ ਗਰੋ ਹੋਣੀ ਸ਼ੁਰੂ ਹੋਈ, ਥੈਂਕਸ ਟੂ ਦਾ ਪਾਲਿਸੀਜ਼ ਆਫ ਮਨਮੋਹਨ ਸਿੰਘ ਫॉर ਇੰਡੀਆ, ਸਾਡਾ ਉਹਨੇ ਹੀ ਉਹਨਾਂ ਨੂੰ 20-25 ਸਾਲ ਲੀਜ਼ ਆਫ ਲਾਈਫ ਦਿੱਤੇ। ਤੇ ਇਹਨਾਂ ਨੇ ਫਿਰ ਜਿਹੜੇ ਦਾਅਵੇ ਇਸ ਕਿਸਮ ਦੇ ਕਿ ਜੀ ਜੇ ਹੁਣ G7 ਮੁਲਕਾਂ ਦਾ ਜਿਹੜਾ ਸੈਸ਼ਨ ਹੈ ਉਹ ਬੇਸ਼ੱਕ ਉਹਦੇ 'ਚ ਫਰਾਂਸ, ਜਰਮਨੀ, ਇਟਲੀ, UK, ਅਮਰੀਕਾ, ਕੈਨੇਡਾ ਔਰ ਇਹ ਇਕੋਨਮੀਜ਼ ਹੀ ਰਹੀਆਂ। ਭਾਰਤ ਨੂੰ ਵੀ 6 ਸਾਲ ਤੋਂ ਉਹਨਾਂ ਨੇ ਇਨਵਾਈਟ ਕਰਨਾ ਸ਼ੁਰੂ ਕੀਤਾ, ਹਾਲਾਂ ਮੀਟਿੰਗ G7 ਦੀ ਹੁੰਦੀ ਹੈ ਤੇ ਉਹਨਾਂ ਨੂੰ ਲੱਗਾ, ਔਰ G20 ਮੀਟ ਨੂੰ ਜਦੋਂ ਹੈਡ ਕੀਤਾ ਦਿੱਲੀ ਦੇ ਵਿੱਚ ਤਾਂ ਮੋਦੀ ਨੇ ਤਾਂ ਜੇ 80 ਉੱਥੇ ਬਿਲ ਬੋਰਡ ਲਾਏ ਤਾਂ 74 ਤੇ ਉਹਦਾ ਹੀ ਫੋਟੋਆਂ ਸੀ ਕਿ ਜੀ G20 ਨੂੰ ਉਹਨਾਂ ਨੇ ਇਵੇਂ ਲਿਆ ਕਿ ਅਸੀਂ ਇੰਨੀ ਵੱਡੀ ਪਾਵਰ ਬਣ ਗਏ, ਔਰ ਉਹਦੇ 'ਚ ਹੀ ਉਸ ਤੋਂ ਪਹਿਲਾਂ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਚੁੱਕੇ ਸੀ, ਜਸਟਿਨ ਟਰੂਡੋ ਨੂੰ ਹਿਊਮਿਲੇਟ ਕੀਤਾ ਗਿਆ ਨੂੰ ਵੀ। ਪਰ ਹੁਣ ਅਸੀਂ ਦੇਖਦੇ ਹਾਂ ਵੀ ਜਦੋਂ ਜਿਹੜੇ ਲੋਕ ਅਲਟੀਮੇਟ ਡਿਵਾਈਨ ਜਸਟਿਸ, ਰੱਬ ਦੇ ਇਨਸਾਫ ਯਕੀਨ ਰੱਖਦੇ ਨੇ, ਉਹਨਾਂ ਦਾ ਹਮੇਸ਼ਾ ਹੀ ਕਹਿਣਾ ਹੁੰਦਾ ਕਿ ਵੀ ਜਦੋਂ ਰੱਬ ਦੀ ਲਾਠੀ ਵੱਜਦੀ ਹੈ ਭਾਵੇਂ ਉਹ ਬੇਆਵਾਜ਼ ਹੁੰਦੀ ਹੈ ਲੇਕਿਨ ਸਮਝ ਆ ਜਾਂਦੀ ਹੈ ਵੀ ਕਿੱਥੇ ਕੀ ਹੈ। ਹੁਣ ਤੁਸੀਂ ਉਹੀ ਮੋਦੀ, ਉਹੀ ਫੁਦਕਦਾ ਮੋਦੀ, ਤੇ ਅੱਜ ਜਿਵੇਂ ਉਹਨਾਂ ਦੇ ਇੱਕ ਯੂਟਿਊਬਰ ਨੇ ਕਿਹਾ ਕਿ ਵੀ ਹੁਣ ਮੋਦੀ, ਰਾਜਨਾਥ, ਅਮਿਤ ਸ਼ਾਹ, ਅਜੀਤ ਡੋਵਲ ਇਹ ਸਾਰੇ ਸਾਇਲੈਂਟ ਮੋਡ ਤੇ ਲੱਗ ਗਏ ਨੇ। ਜਿਵੇਂ ਤੁਸੀਂ ਜਹਾਜ਼ ਚੜ੍ਹਨ ਲੱਗਿਆ ਉਹਨੂੰ ਐਰੋਪਲੇਨ ਮੋਡ ਤੇ ਲਾਉਂਦੇ ਹੋ ਕਿ ਵੀ ਇੰਨੇ ਲੈਕਚਰ ਕਰਨ ਵਾਲੇ, ਇੰਨੇ ਫੁਦਕ ਕੇ ਗੱਲਾਂ ਕਰਨ ਵਾਲੇ, ਇਹਨਾਂ ਨੂੰ ਹੋ ਕੀ ਗਿਆ? ਇਹ ਸਭ ਸਾਇਲੈਂਟ ਮੋਡ ਤੇ ਲੱਗੇ ਹੋਏ ਨੇ। ਹੁਣ ਇਹ ਜਦੋਂ ਅਸੀਂ ਦੇਖਦੇ ਹਾਂ ਵੀ ਕਹਾਣੀ ਬਦਲਦੀ ਹੈ
ਹੁਣ 2019 ਜਦੋਂ ਕਸ਼ਮੀਰ ਦਾ ਰਤਬਾ ਖਤਮ ਕੀਤਾ, ਕਿਵੇਂ ਅਮਿਤ ਸ਼ਾਹ ਜਿਹੜਾ ਉਹ ਉੜਕ ਕੇ ਰਾਜ ਸਭਾ 'ਚ ਕਹਿ ਰਿਹਾ ਕਿ ਅਬ ਅਕਸਾਈ ਚਿੰਨ੍ਹ ਵੀ ਲੈਂਗੇ, 32,000 ਸਕੁਆयर किलोमीटर चाइना ਦਾ, और पाकिस्तान ਨੂੰ ਕਹਿ ਰਹੇ ਨੇ ਕਿ पाकिस्तान के कब्जे का कश्मीर भी लेंगे, और ਉਹ ਸਾਡੇ ਸ਼ਹਿਰੀ ਬਣਨਗੇ ਔਰ ਫਲਾਣਾ ਤੇ ਢਿਮਕਾ। ਪਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਵੀ 22 ਅਪ੍ਰੈਲ ਦਾ ਵਾਕਿਆ, ਜਿਹਨੂੰ ਅਸੀਂ ਪਿਛਲੇ ਸੈਗਮੈਂਟਸ ਵੀ ਬਿਆਨੇ ਆ, ਤੇ 7, 8, 9 ਮਈ ਦਾ ਜਿਹੜਾ, ਔਰ 10 ਤੱਕ ਪਹੁੰਚਦੇ ਆ ਸੀਜ਼ ਫਾਇਰ ਦੀ ਲਾਈਨ। ਔਰ ਇਸ ਸਾਰੇ 'ਚ ਕੌਣ ਜਿੱਤਿਆ ਕੌਣ ਹਾਰਿਆ, ਹੁਣ ਇਹ ਕਿਸੇ ਦੇ ਨੈਰੇਟਿਵ ਦੀ ਲੋੜ ਨਹੀਂ ਹੈ। ਉਹ ਰਾਫੇਲ ਵਾਲੇ ਆਪਣੇ ਜ਼ਖਮਾਂ ਦੇ ਉੱਤੇ ਲੋਗੜ ਬੰਨ ਰਹੇ ਨੇ, ਔਰ ਚਾਈਨਾ ਵਾਲੇ ਜਿਹੜੇ ਨੇ ਉਹ ਹੋਰ ਤਾਜ਼ਾ ਮੰਕੀ ਬ੍ਰੇਨ ਖਾ ਰਹੇ, ਤਾਜ਼ੇ ਸੱਪ ਰੋਸਟ ਕਰਕੇ ਖਾ ਵੀ ਸਾਡੇ ਹਥਿਆਰਾਂ ਨੇ ਆਹ ਕਰਤਾ ਉਹ ਕਰਤਾ। ਤੇ ਪਾਕਿਸਤਾਨ ਜਿਹਨੇ ਜ਼ਾਹਰ ਹੈ, ਜਿਸ ਨੂੰ ਜਿਹੜੀ ਫਤਹ ਰੱਬ ਨੇ ਦਿੱਤੀ, ਉਹ ਪਹਿਲੇ ਦਿਨ ਦੇ ਵਿੱਚ ਹੀ ਜ਼ਾਹਰ ਹੋ ਗਿਆ ਸੀ। ਦੋਨਾਂ ਦੀਆਂ 에ਅਰ ਫੋਰਸ, ਭਾਵੇਂ ਚਾਈਨਾ ਪਾਕਿਸਤਾਨ ਹੁਣ ਤਾਂ ਜੁਆਇੰਟ ਫੋਰਸ ਦੇ ਥੱਲੇ ਹੈ, ਔਰ ਉਹ ਅਸੀਂ ਦੇਖਦੇ ਹਾਂ ਵੀ ਆਲ ਆਫ ਏ ਸਡਨ ਉਹ ਪਾਕਿਸਤਾਨ ਜਿਹੜਾ ਇਕਨੋਮਿਕਲ ਹਾਰਡਸ਼ਿਪ ਨਾਲ ਜੂਝ ਰਿਹਾ ਸੀ, 1 ਬਿਲੀਅਨ 2 ਬਿਲੀਅਨ ਲੈਣ ਦੇ ਲਈ IMF ਜਿਹਨੂੰ ਕਹਿੰਦੇ ਨੇ ਵੀ ਘੀਸੀ ਕਰਨਾ, ਘੀਸੀਆਂ ਕਰਾ ਰਿਹਾ ਸੀ ਉਹਨਾਂ ਦੀਆਂ, ਬਿਲਕੁਲ ਇੰਟਰਨਲ ਸਟ੍ਰਾਈਫ ਵੀ ਚੱਲ ਰਹੀ ਸੀ, ਪੋਲੀਟੀਕਲੀ ਅਨਸਟੇਬਿਲਿਟੀ, ਔਰ ਦੂਜੇ ਅੱਜ ਜਦੋਂ ਤੁਸੀਂ ਉਹ ਸਾਰਿਆਂ ਨੂੰ ਦੇਖਦੇ ਹੋ ਵੀ ਇਕੱਲਾ ਨਾ ਸਿਰਫ ਫੌਜੀ ਚੀਫ ਫੀਲਡ ਮਾਰਸ਼ਲ ਬਣਿਆ ਜਾਂ ਉਹਨਾਂ ਦਾ 에ਅਰ ਫੋਰਸ ਚੀਫ ਸਿੱਧੂ, ਉਸ ਦੀ ਐਕਸਟੈਂਸ਼ਨ ਹੋਈ ਹੁਣ ਈਵਨ ਸ਼ਹਬਾਜ਼ ਸ਼ਰੀਫ। ਹਾਲਾਂ ਮੈਂ ਪੋਲੀਟੀਕਲ ਲੀਡਰਸ਼ਿਪ ਤੇ ਬਹੁਤ ਘੱਟ ਕਮੈਂਟ ਕਰਦਾ, ਪਰ ਜਿਹੜਾ ਕੌਨਫੀਡੈਂਸ ਉਹ ਐਗਜ਼ੂਬਰੇਟ ਕਰ ਰਹੇ ਨੇ ਜਿਸ ਅੰਦਾਜ਼ ਦੇ ਵਿੱਚ, ਔਰ ਆਲ ਆਫ ਏ ਸਡਨ ਪਾਕਿਸਤਾਨ ਦਾ, ਔਰ ਇਹ ਡਿਬੇਟ ਇਨਰ ਸਰਕਲ ਸ਼ੁਰੂ ਹੋ ਗਈ ਕਿ ਸਾਊਥ ਏਸ਼ੀਆ ਦੇ ਵਿੱਚ ਸੁਪਰ ਪਾਵਰ ਇੰਡੀਆ ਹੈ ਕਿ ਪਾਕਿਸਤਾਨ ਹੈ। ਹਾਲਾਂ 1/6 ਉਹਨਾਂ ਦਾ ਇਲਾਕਾ ਹੈ, ਇਕੋਨਮੀ ਉਹਨਾਂ ਦੀ ਕੁਛ ਵੀ ਨਹੀਂ ਹੈ ਉਹਨਾਂ ਦੇ ਸਾਹਮਣੇ, ਪਰ ਉਹਨਾਂ ਨੇ ਕਿਹਾ ਵੀ ਮਿਲੀਟੈਰਲੀ। ਔਰ ਹੁਣ ਜਿੰਨਾ ਫਖਰ ਔਰ ਮਾਣ ਪਾਕਿਸਤਾਨ ਦਾ ਈਵਨ ਮੁਸਲਿਮ ਕੰਟਰੀਜ਼ 'ਚ ਵੀ, ਨਹੀਂ ਤਾਂ ਤੁਸੀਂ ਦੇਖੋ ਸਾਊਦੀ ਅਰੇਬੀਆ, UAE, ਦੂਜੇ ਤੀਜੇ ਮੋਦੀ ਨੂੰ ਸੱਦ ਕੇ ਹਾਈਐਸਟ ਅਵਾਰਡ ਦੇ ਰਹੇ ਸੀ। ਉਹਨਾਂ ਨੂੰ ਪਾਕਿਸਤਾਨ ਨੂੰ ਤਾਂ ਉਹਨਾਂ ਨੇ ਕਿਹਾ ਵੀ ਇਹ ਕੀ ਐਵੇਂ, ਉਹਨਾਂ ਨੂੰ ਉਹ ਥੋੜੇ ਬਹੁਤ ਸੁੱਟ ਦਿੰਦੇ ਸੀ ਪੈਸੇ, ਉਹ ਵੀ ਕਹਿੰਦੇ ਸੀ ਲੋਨ ਹੈ। ਪਰ ਆਲ ਆਫ ਏ ਸਡਨ ਇਸਲਾਮਿਕ ਵਰਲਡ ਦੇ ਵਿੱਚ ਜਿਵੇਂ ਨਿਊਕਲੀਅਰ ਪਾਕਿਸਤਾਨ ਦਾ ਬਣਨਾ ਸੀ 1998 ਦੇ ਵਿੱਚ, ਔਰ ਉਹਨੇ ਪਾਕਿਸਤਾਨ ਦਾ ਜਿਹੜਾ ਜਾਓ ਜਲਾਲ ਕਾਇਮ ਕੀਤਾ ਸੀ, ਵਾਪਸ ਉਹ ਆਨਰ ਉਹਨੂੰ ਮਿਲਿਆ। ਫਿਰ ਜਿਵੇਂ ਇਹ ਪ੍ਰਾਈਮ ਮਿਨਿਸਟਰ ਪਾਕਿਸਤਾਨ ਜਿਵੇਂ ਟਰਕੀ ਦੇ ਵਿੱਚ, ਈਰਾਨ ਦੇ ਵਿੱਚ, ਤਾਜ਼ਿਕਸਤਾਨ ਦੇ ਵਿੱਚ, ਔਰ ਇਹ ਸਾਰਿਆਂ ਦੇ ਰਾਹੀਂ ਜਿਹੜੀ ਉਹਨਾਂ ਦੀ ਮੁਕੰਮਲ ਸਪੋਰਟ ਵੀ ਮਿਲੀ। ਔਰ ਡਿਪਲੋਮੈਟਿਕਲੀ ਹਾਲਾਂ ਉਹਦੇ 'ਚ ਕੋਈ ਪਾਕਿਸਤਾਨ ਦੀ ਆਪਣੀ ਲੌਬੀ ਨਹੀਂ ਹੈ, ਉਹਨਾਂ ਦੀਆਂ ਆਪਣੀਆਂ ਏਜੰਸੀਆਂ ਨੇ, ਮੁਲਕਾਂ ਦੀਆਂ ਨੇ ਦੇਖ ਲਿਆ ਹੋਣਾ ਵੀ ਇੰਡੀਆ ਨੇ ਖੁਦ ਕਰਵਾਇਆ। ਇੱਕ ਵੀ ਮੁਲਕ ਐਸਾ ਨਹੀਂ ਜਿਹਨੇ ਪਾਕਿਸਤਾਨ ਦਾ ਨਾਂ ਲੈ ਕੇ ਉਹਨੂੰ ਕੰਡੈਮ ਕੀਤਾ ਹੋਵੇ, ਕਿਉਂਕਿ ਪਾਕਿਸਤਾਨ ਨੇ ਪਹਿਲੇ ਦਿਨ ਹੀ ਕਿਹਾ ਸੀ ਕਿ ਬਈ ਕਰਵਾ ਲਓ ਇੰਟਰਨੈਸ਼ਨਲ ਇਨਵੈਸਟੀਗੇਸ਼ਨ। ਸੋ ਇਹਨਾਂ ਹਾਲਾਤਾਂ ਦੇ ਵਿੱਚ ਹੁਣ ਸ਼ਹਬਾਜ਼ ਸ਼ਰੀਫ ਨੇ ਇੱਕ ਮੀਟਿੰਗ ਜਿਹੜੀ ਟੀ ਪਾਰਟੀ ਮੀਟਿੰਗ ਦੇ ਰੂਪ ਦੇ ਵਿੱਚ ਹੈਡ ਕੀਤੀ, ਉਸ ਦੇ ਵਿੱਚ ਜਿਹੜਾ ਉਹਨਾਂ ਨੇ ਸੀਨੀਅਰ ਲੀਡਰਸ਼ਿਪ ਸਾਰੀ ਨੂੰ ਹੋਸਟ ਕੀਤਾ, ਔਰ ਉਹਦੇ 'ਚ ਉਹਨਾਂ ਨੇ ਜਿਹੜੀ ਰੀਸੈਂਟ ਵਿਕਟਰੀ ਹੈ ਪਾਕਿਸਤਾਨ ਦੀ ਮਿਲਟਰੀ ਕਨਫਲਿਕਟ 'ਚ, ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਸ ਮੂਮੈਂਟ ਦੇ ਵਿੱਚ ਸਾਡੀ ਪੋਜੀਸ਼ਨ ਕੰਪਲੀਟਲੀ ਵਿੰਡੀਕੇਟ ਹੋਈ ਹੈ, ਔਰ ਇਹ ਜਿਹੜਾ ਇਸ ਨੇ ਰੀਜਨਲ ਬੈਲੈਂਸ ਆਫ ਪਾਵਰ ਨੂੰ ਵੀ ਬਣਾ ਦਿੱਤਾ ਹੈ। ਬੈਲੈਂਸ ਹੋ ਗਿਆ ਕਿ ਭਾਈ ਇਹ ਪਾਕਿਸਤਾਨ ਵਾਕ ਓਵਰ ਨਹੀਂ, ਜਾਂ ਹਰ ਚੌਥੇ ਦਿਨ ਜਿਹੜਾ ਸੀ ਕਿ ਜੀ ਅਸੀਂ ਸਾਨੂੰ ਫੜਾ ਦਿਓ ਜਿਹੜਾ ਉਹ ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਹ ਸਾਰੇ ਨੇ ਨਾ ਸਿਰਫ 1971 ਦੀਆਂ ਜਿਹੜੀ ਸਾਡੀ ਡਿਫੀਟ ਸੀ ਉਹਨੂੰ ਅਸੀਂ ਅਵੈਂਜ ਕੀਤਾ ਜਾਂ ਉਹਦਾ ਬਦਲਾ ਲਿਆ, ਇਸ ਸਾਰੇ ਨੇ ਭਾਰਤ ਦੀ ਲੀਡਰਸ਼ਿਪ ਨੂੰ ਸੀਰੀਅਸ ਐਮਬੈਰਸਮੈਂਟ ਔਰ ਹਿਊਮਿਲੇਸ਼ਨ ਇਸ ਦੇ ਵਿੱਚ ਧੱਕ ਦਿੱਤਾ। ਇਹ ਗੱਲ ਗਲਤ ਨਹੀਂ ਹੈ, ਤੁਸੀਂ ਦੇਖੋਗੇ ਇਹਨਾਂ ਦੀਆਂ ਸ਼ਕਲਾਂ ਦੇਖੋ, ਇਹਨਾਂ ਦਾ ਕੋਈ ਨਾਂ ਆਣਾ ਬਿਆਨਬਾਜ਼ੀਆਂ ਜਾਂ ਦੂਜਾ। ਫਿਰ ਉਹਨਾਂ ਨੇ ਕਿਹਾ ਵੀ ਚਾਈਨਾ ਦਾ ਰੋਲ ਵੀ ਐਜ਼ ਏ ਫਰੈਂਡ ਆਫ ਪਾਕਿਸਤਾਨ ਇਹ ਐਸਟੈਬਲਿਸ਼ ਹੋਇਆ, ਇਸਲਾਮਿਕ ਵਰਲਡ ਨੇ ਵੀ ਸਾਡਾ ਸਾਥ ਦਿੱਤਾ ਹੈ, ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਬਈ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਕਰਵਾ ਲਓ ਪਹਿਲਗਾਮ ਦੀ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਦੂਸਰੀ ਗੱਲ ਸ਼ਹਬਾਜ਼ ਸ਼ਰੀਫ ਨੇ ਕਹੀ ਕਿ ਵੀ ਹੁਣ ਉਹਨਾਂ ਨੂੰ ਨਹੀਂ ਲੱਗਦਾ ਕਿ ਭਾਰਤ ਕੋਈ ਦੁਬਾਰਾ ਹਮਲਾ ਕਰ ਸਕਦਾ, ਭਾਵੇਂ ਉਹਨਾਂ ਨੇ ਕਿਹਾ ਕਿ ਜੀ ਸੰਦੂਰ ਜਿਹੜਾ ਹੈ ਉਹਨੂੰ ਅਸੀਂ ਪੌਜ਼ ਕੀਤਾ, ਮੋਦੀ ਨੇ ਕਿਹਾ। ਮੈਂ ਸਮਝਦਾ ਵੀ ਇਸ ਮਾਮਲੇ 'ਚ ਸ਼ਾਇਦ ਸ਼ਹਬਾਜ਼ ਸ਼ਰੀਫ ਓਵਰ ਆਪਟੀਮਿਸਟਿਕ ਹੋ ਰਹੇ ਨੇ ਕਈ ਵਾਰ। ਇਹ ਠੀਕ ਹੈ ਵੀ ਇਸ ਵੇਲੇ ਉਹਨਾਂ ਨੂੰ ਇਹ ਲੱਗਦਾ ਵੀ ਭਾਰਤ ਜੋ ਵੀ ਬਿਆਨਬਾਜ਼ੀਆਂ ਕਰ ਰਿਹਾ, ਜਿਹੜਾ ਉਹ ਅਖਾਣ ਹੈ ਕਿ
ਖਿਸਿਆਨੀ ਬਿੱਲੀ ਖੰਭਾ ਨੋਚੇ, ਵੀ ਸ਼ਾਇਦ ਇਹ ਖੰਭੇ ਨੂੰ ਨੋਚ ਰਹੀ ਹੈ। ਲੇਕਿਨ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਕਈ ਵਾਰ ਜਿਹੜਾ ਬੰਦਾ ਹੜਬੜਾਇਆ ਹੁੰਦਾ ਹੈ, ਦੂਸਰਾ ਹੁੰਦਾ ਹੈ, ਉਹ ਕਈ ਵਾਰ ਇੱਕ ਪਾਗਲਪਨ ਜਾਂ ਇੱਕ ਮੂਰਖਤਾ ਤਾਂ ਕੀਤੀ ਹੁੰਦੀ ਹੈ, ਉਹ ਦੁਬਾਰਾ ਵੀ ਕਰ ਸਕਦਾ ਹੁੰਦਾ ਹੈ। ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਸਪੋਰਟ ਹੈ ਉਹਦਾ ਪਹਿਲਾ ਪਿਲਰ ਇਹ ਹੈ ਵੀ ਸਾਨੂੰ ਇੰਟਰਨੈਸ਼ਨਲ ਸਪੋਰਟ ਹੈ ਔਰ ਸਾਡੀ ਟਰਾਂਸਪੇਰੈਂਸੀ ਹੈ ਇਸ ਮਾਮਲੇ 'ਚ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਮਿਲਟਰੀ ਆਪਰੇਸ਼ਨ ਦੇ ਦੌਰਾਨ ਵੀ ਉਹਨਾਂ ਨੇ ਇੰਟਰਨੈਸ਼ਨਲ ਮੀਡੀਆ ਨੂੰ ਪ੍ਰੋਪਰਲੀ ਬਰੀਫ ਕੀਤਾ, ਜਦੋਂ ਕਿ ਇੰਡੀਆ ਭੱਜਦਾ ਰਿਹਾ, ਡਿਨਾਇਲ 'ਚ ਰਿਹਾ। ਹੁਣ ਉਹਨਾਂ ਦੇ ਜਨਰਲ ਮੰਨਣ ਵੀ ਲੱਗੇ ਨੇ, ਬਟ ਇਟ ਇਜ਼ ਟੂ ਲੇਟ। ਇਸ ਸਾਰੇ ਮਾਮਲੇ 'ਚ ਪਾਕਿਸਤਾਨ ਜਿਹੜਾ ਉਹ ਟਰਾਂਸਪੇਰੈਂਟਲੀ ਉਹਨਾਂ ਦੀ ਸਾਹਮਣੇ ਆਏ ਔਰ ਉਹਨਾਂ ਨੇ ਕਿਹਾ ਵੀ ਅਸੀਂ ਈਵਨ ਜਿਹੜਾ ਇਸ ਦੇ ਉੱਤੇ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਸੀ, ਜਿਹੜੀ ਇੰਡੀਆ ਨੇ ਬਿਨਾਂ ਕਿਸੇ ਜਿਹੜਾ ਉਹ ਪ੍ਰੂਫ ਦੇ ਉਹ ਪਾਕਿਸਤਾਨ ਨੂੰ ਦੋਸ਼ੀ ਬਣਾਇਆ ਹੋਇਆ ਸੀ। ਇਹਨੇ ਵੀ ਉਹਨਾਂ ਦਾ ਜਿਹੜੀ ਇੰਟਰਨੈਸ਼ਨਲ ਸਟੈਂਡਿੰਗ ਸੀ ਇੰਡੀਆ ਦੀ ਉਹਨੂੰ ਕਮਜ਼ੋਰ ਕੀਤਾ। ਫਿਰ ਉਹਨਾਂ ਨੇ ਇਹ ਸ਼ਹਬਾਜ਼ ਸ਼ਰੀਫ ਨੇ ਕਿਹਾ ਕਿ ਦੂਸਰੇ ਸਾਡੀ ਵਿਕਟਰੀ ਔਰ ਸਾਡਾ ਇਹ ਹੈ ਟਰੰਪ ਫੈਕਟਰ, ਇਹ ਲਫ਼ਜ਼ ਹੀ ਸ਼ਹਬਾਜ਼ ਸ਼ਰੀਫ ਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਟਰੰਪ ਨੇ ਜਿਵੇਂ ਐਜ਼ ਏ ਪੀਸ ਫੈਸਿਲੀਟੇਟਰ ਸ਼ਾਂਤੀ ਲਿਆਉਣ ਦੇ ਲਈ ਜਿਹੜਾ ਕੀਤਾ। ਉਹਨੇ ਕਿਹਾ ਵੀ ਭਾਵੇਂ ਯੂਕਰੇਨ ਗਜ਼ਾ ਮਾਮਲੇ ਦੇ ਵਿੱਚ ਅਜੇ ਨਾ ਕਾਮਯਾਬ ਹੋਇਆ ਹੋਏ ਟਰੰਪ, ਲੇਕਿਨ ਇੱਥੇ 72 ਘੰਟੇ ਦੇ ਵਿੱਚ ਟਰੰਪ ਨੇ ਆਪਣਾ ਜਲਵਾ ਦਿਖਾ ਕੇ ਪਾਕਿਸਤਾਨ ਇੰਡੀਆ ਕ੍ਰਾਈਸਿਸ ਨੂੰ ਸੋਲਵ ਕੀਤਾ ਡਿਪਲੋਮੇਸੀ ਰਾਹੀਂ। ਔਰ ਇਹ ਉਹਨਾਂ ਨੇ ਕਿਹਾ ਵੀ ਇਸ 'ਚੋਂ ਅਸੀਂ ਦੇਖਦੇ ਹਾਂ ਵੀ ਇਹ ਅੱਗੋਂ ਵੀ ਜਿਹੜਾ ਇਹ ਫੈਸਿਲੀਟੇਸ਼ਨ ਹੋਣੀ ਚਾਹੀਦੀ ਹੈ। ਔਰ ਸੈਕੰਡਲੀ ਉਹਨਾਂ ਨੇ ਕਿਹਾ ਵੀ ਸਾਡੀਆਂ ਜਿਹੜੀਆਂ ਇਕਨੋਮਿਕਲ ਰਿਐਲਿਟੀਜ਼ ਨੇ ਉਹ ਵੀ ਸਾਨੂੰ ਕਿਸੇ ਹੋਰ ਟਕਰਾਅ ਵੱਲ ਨਹੀਂ ਮੋੜਦੀਆਂ। ਜੇ ਭਾਰਤ ਨੇ ਜਿਹੜਾ ਇਕਨੋਮਿਕਲੀ ਆਪਣੀ ਪ੍ਰੋਗਰੈਸ ਨੂੰ ਕਲੇਮ ਕਰਦਾ, ਜੇ ਉਹ ਅੱਗੋਂ ਵਾਰ ਵੱਲ ਜਾਏਗਾ ਤਾਂ ਇਹ ਉਹਨਾਂ ਦੇ ਲਈ ਕੰਪਲੀਟ ਡਿਜ਼ਾਸਟਰ ਹੋਏਗੀ ਔਰ ਉਹਦੇ ਲਈ ਇਹ ਡਿਜ਼ਾਸਟਰ ਨੂੰ ਝੱਲਣਾ ਜਿਹੜਾ ਉਹ ਔਖਾ ਹੋਏਗਾ। ਹਾਲਾਂਕਿ ਮੈਨੂੰ ਇਹ ਲੱਗਦਾ ਕਿ ਵੀ ਉਹ ਇਸ ਮਾਮਲੇ ਸ਼ਾਇਦ ਇੰਡੀਆ ਨੂੰ ਅੰਡਰ ਐਸਟੀਮੇਟ ਕਰ ਰਹੇ ਨੇ। ਇੰਡੀਆ ਅਜੇ ਵੀ ਮਿਸਚਿਫ ਕਰਨ ਦਾ ਪੋਟੈਂਸ਼ੀਅਲ ਰੱਖਦਾ ਹੈ, ਪਰ ਜਿਵੇਂ ਪਾਕਿਸਤਾਨ ਦੀ ਸਪੋਰਟ ਅਮਰੀਕਨ ਆਸਪੈਕਟ ਤੋਂ, ਇਕੱਲਾ ਇਹੀ ਨਹੀਂ ਵੀ ਟਰੰਪ ਨੇ ਜਾਂ ਈਵਨ ਮਾਰਕੋ ਰੂਬੀਓ ਨੇ ਜਦੋਂ ਇਹ ਕਿਹਾ ਕਿ ਜੀ ਇਹ ਜਿਹੜੇ ਮਸਲੇ ਨੇ ਉਹਨਾਂ ਦੇ ਉੱਤੇ ਗੱਲਬਾਤ ਜਿਹੜੀ ਹੈ ਕਿਸੇ ਨਿਊਟਰਲ ਕੰਟਰੀ 'ਚ ਹੋ ਸਕਦੇ। ਸੋ ਜ਼ਾਹਰ ਹੈ ਜਿਹੜਾ ਸ਼ਹਬਾਜ਼ ਸ਼ਰੀਫ ਨੇ ਮੈਂਸ਼ਨ ਨਹੀਂ ਕੀਤਾ, ਕਸ਼ਮੀਰ ਦਾ ਮਸਲਾ ਇੰਟਰਨੈਸ਼ਨਲਾਈਜ਼ ਹੋਇਆ ਔਰ ਜਦੋਂ ਪਾਕਿਸਤਾਨ 4 ਨੁਕਤਿਆਂ ਤੇ ਗੱਲਬਾਤ ਲਈ ਕਹਿੰਦਾ ਹੈ ਉਹਦੇ 'ਚ ਜ਼ਾਹਰ ਹੈ ਕਿ ਉਹ ਕਸ਼ਮੀਰ ਦਾ ਮੁੱਦਾ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਜੇ ਟ੍ਰੇਡ ਵਧਾਉਣ ਦੀ ਗੱਲ ਵੀ ਕਰ ਸਕਦੇ ਹੋ, ਤੁਸੀਂ ਜਿਹੜਾ ਉਹ ਕਾਊਂਟਰ ਟੈਰਰਿਜ਼ਮ ਮੇਸ਼ਰਸ ਦੀ ਗੱਲ ਕਰ ਸਕਦੇ ਹੋ, ਪਰ ਪਹਿਲਾਂ ਜਿਹੜੇ ਕੋਰ ਇਸ਼ੂ ਨੇ ਉਹਨਾਂ ਨੂੰ ਜਿਹੜਾ ਉਹ ਡਿਸਕਸ ਕੀਤਾ ਜਾਏ। ਔਰ ਇਹ ਇਸੇ ਤਰ੍ਹਾਂ ਅਸੀਂ ਇਹ ਦੇਖਦੇ ਹਾਂ ਕਿ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ ਪਾਕਿਸਤਾਨ ਨੂੰ $800 ਮਿਲੀਅਨ ਫਾਈਨੈਂਸ਼ੀਅਲ ਬੂਸਟਰ ਦੇ ਤੌਰ ਦੇ ਉੱਤੇ, ਇਹ ਟਿਊਜ਼ਡੇ ਜਿਹੜੀ ਅੱਜ ਦੀ ਖਬਰ ਹੀ ਹੈ, $800 million program to strengthen Pakistan's fiscal sustainability, which includes a policy-based loan of $300 million। ਹੁਣ ਇਹ $800 ਮਿਲੀਅਨ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ, ਉਸ ਤੋਂ ਪਹਿਲਾਂ ਵਰਲਡ ਬੈਂਕ ਨੇ ਵੀ ਅਪਰੂਵ ਕੀਤਾ ਹੈ, IMF ਨੇ ਵੀ ਕੀਤਾ ਹੈ। ਹੁਣ ਇਸ ਦੇ ਉਲਟ ਜਿਹੜਾ ਇੰਡੀਆ ਕਿਸ ਕੰਮ ਤੇ ਲੱਗਾ ਹੋਇਆ, ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਉਹ ਲਿਕਿੰਗ ਇਟਸ ਵੂੰਡਸ, ਕਿ ਵੀ ਆਪਣੇ ਜ਼ਖਮ ਚੱਟ ਰਿਹਾ ਹੈ। ਔਰ ਇੰਡੀਆ ਐਨਗੇਜਿਸ US ਇਨ ਪਲਾਨਸ ਟੂ ਗ੍ਰੇ ਲਿਸਟ ਪਾਕਿਸਤਾਨ ਐਟ FATF ਸੈਸ਼ਨ। ਹੁਣ ਉਹਨਾਂ ਦਾ ਫੋਰਨ ਸੈਕਟਰੀ ਮਿਸਰੀ ਜਿਹੜਾ ਉਹਨੇ 3 ਦਿਨਾਂ ਵਿਜ਼ਿਟ ਜਿਹੜੀ ਅਮਰੀਕਾ ਦੀ ਕੀਤੀ ਟ੍ਰੇਡ ਔਰ ਡਿਫੈਂਸ ਡੀਲਸ ਦੇ ਬਹਾਨੇ ਨਾਲ, ਉਹਦੇ 'ਚ ਉਹ ਇਹ ਕਹਿ ਰਿਹਾ ਕਿ ਜੀ ਅਸੀਂ ਅਮਰੀਕਨਾਂ ਨੂੰ ਕਿਹਾ ਕਿ ਪਾਕਿਸਤਾਨ ਨੂੰ ਜਿਹੜੀ ਅਪਕਮਿੰਗ ਫਾਈਨੈਂਸ਼ੀਅਲ ਐਕਸ਼ਨ ਐਂਡ ਟਾਸਕ ਫੋਰਸ ਹੈ IMF ਦੀ, ਉਹਦੇ 'ਚ ਪਾਕਿਸਤਾਨ ਨੂੰ ਗ੍ਰੇ ਲਿਸਟ ਵਿੱਚ ਲਿਆਂਦਾ ਜਾਏ, ਲੋਨ ਨਾ ਦਿੱਤਾ ਜਾਏ, ਇਸ ਦੇ ਉੱਤੇ ਲੌਬੀ ਕਰ ਰਹੇ। ਹੁਣ ਤੁਸੀਂ ਉਹਨਾਂ ਦਾ ਹਾਲ ਦੇਖ ਲਓ ਕੀ ਹੈ। ਇਸੇ ਤਰ੍ਹਾਂ ਜਦੋਂ ਅੱਜ ਉਹਨਾਂ ਦੇ ਚੀਫ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਇਹ ਕਹਿੰਦਾ ਹੈ ਓਵਰਆਲ ਆਊਟਕਮ ਮੋਰ ਇੰਪੋਰਟੈਂਟ ਦੈਨ ਸੈਟਬੈਕਸ। ਔਰ ਉਦਾਹਰਣ ਦੇ ਰਿਹਾ, ਦੇਖੋ ਜੀ ਕ੍ਰਿਕਟ ਟੈਸਟ ਮੈਚ ਹੁੰਦਾ ਹੈ, ਇਹ ਨਹੀਂ ਹੁੰਦਾ ਵੀ ਕਿੰਨੀਆਂ ਇਨਿੰਗਸ ਨਾਲ ਜਿੱਤਿਆ, ਫਾਈਨਲੀ ਕੌਣ ਜਿੱਤਿਆ, ਇਹ ਮੈਟਰ ਕਰ। ਹੁਣ ਯਾਨੀ ਇਹਨਾਂ ਨੇ ਮੰਨ ਲਿਆ ਵੀ ਸਾਡੇ ਹੈਵੀ ਲਾਸਿਸ ਹੋਏ ਨੇ, ਪਰ ਇਹ ਝੂਠ ਅਜੇ ਵੀ ਕਹਿ ਰਹੇ ਨੇ ਕਿ ਜੀ ਅਸੀਂ ਅਲਟੀਮੇਟਲੀ ਜਿਹੜਾ ਪ੍ਰੀਵੇਲ ਕੀਤਾ ਔਰ ਪਾਕਿਸਤਾਨ ਦੀ ਤੋਬਾ ਕਰਾਤੀ। ਤੇ ਉਹਨਾਂ ਨੇ ਸੀਜ਼ ਫਾਇਰ, ਜਦੋਂ ਟਰੰਪ ਬਾਰ-ਬਾਰ ਕਹਿ ਰਿਹਾ ਕਿ ਭਾਈ ਮੈਂ ਇਹਨਾਂ ਦੋਨਾਂ ਦੇ ਕੰਨ ਮਰੋੜੇ ਕਿ ਬਈ ਤੁਹਾਡੇ ਨਾਲ ਅਸੀਂ ਟ੍ਰੇਡ ਨਹੀਂ ਕਰਾਂਗੇ, ਔਰ ਹੁਣ ਈਵਨ ਇੰਡੀਆ ਦਾ ਇੱਕ ਪਾਸੇ ਤਾਂ ਦਮਗਜ਼ੇ ਮਾਰ ਰਹੇ ਨੇ ਔਰ ਸ਼ਸ਼ੀ ਥਰੂਰ ਜਿਹੜਾ ਸ਼ਾਇਦ ਪ੍ਰੋਬੈਬਲੀ ਜਿਵੇਂ ਕਾਂਗਰਸ ਨਾਲੋਂ ਪੱਟ ਕੇ RSS ਉਹਨੂੰ
ਲਿਆਇਆ ਬੀਜੇਪੀ ਦੇ ਖਾਤੇ 'ਚ, ਉਹ ਡੈਲੀਗੇਸ਼ਨ ਲਿਆ ਕੇ ਘੁੰਮ ਰਿਹਾ ਇੱਧਰ ਉੱਧਰ। ਔਰ ਐਸ ਜੈ ਸ਼ੰਕਰ ਤਾਂ ਅੱਜ ਕੱਲ੍ਹ ਲੱਭਦਾ ਨਹੀਂ ਵਿਚਾਰਾ, ਉਹ ਕ੍ਰੋਨਿਕ ਕੌਨਸਟੀਪੇਸ਼ਨ ਵਾਲਾ ਬੰਦਾ। ਤੇ ਇਹਨੂੰ ਸ਼ਸ਼ੀ ਥਰੂਰ ਨੂੰ ਹੋ ਸਕਦਾ ਹੈ ਭਵਿੱਖ ਦੇ ਵਿੱਚ ਫੋਰਨ ਮਿਨਿਸਟਰ ਇਹ ਬਣਾਉਣ। ਉਹ ਕਹਿ ਰਿਹਾ ਇੰਡੀਆ ਕੈਨ engage in dialogue with Pakistan if it takes significant action against terror infrastructure that is visible everywhere। ਹੁਣ ਉਹੀ 2 ਦਿਨ ਪਹਿਲਾਂ ਰਾਜਨਾਥ ਸਿੰਘ ਔਰ ਦੂਜੇ ਕਹਿ ਰਹੇ ਨੇ ਕਿ ਬਲੱਡ ਐਂਡ ਟਾਕਸ ਕਾਂਟ ਫਲੋ ਟੂਗੈਦਰ। ਤੇ ਇਹ ਹੁਣ ਕਹਿ ਰਿਹਾ ਸ਼ਸ਼ੀਕਾਂਤ ਕਿ ਜੀ ਇਹ ਹੁਣ ਅਕਲ ਇਹਨਾਂ ਦੀ ਟਿਕਾਣੇ ਹੌਲੀ ਹੌਲੀ ਆਣੀ ਸ਼ੁਰੂ ਹੋਏਗੀ। ਔਰ ਇਸ ਸਾਰੇ ਦੇ ਚੱਲਦਿਆਂ ਹੁਣ ਜਦੋਂ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਸਸਪੈਂਡ ਕੀਤੀ ਤੇ ਚਾਈਨਾ ਦੇ ਇੱਕ ਸਕਾਲਰ ਨੇ ਆ ਕੇ ਮੀਡੀਆ ਤੇ ਕਿਹਾ ਕਿ ਵੀ ਉਹ ਕਦੇ ਵੀ ਤੁਸੀਂ ਆਪਣੇ ਦੁਸ਼ਮਣ ਨਾਲ ਨਾ ਕਰੋ ਜੋ ਕੱਲ ਨੂੰ ਤੁਹਾਡੇ ਨਾਲ ਵੀ ਹੋਏ। ਉਹ ਇੰਡੀਆ ਦੇ ਕੰਨ ਖੜੇ ਹੋ ਗਏ ਕਿ ਵੀ ਅਸੀਂ ਤਾਂ ਇਹਨਾਂ ਦਾ ਇੰਡਸ ਵਾਟਰ ਰੋਕ ਲਿਆ ਜਾਂ ਛੱਡਤਾ ਕਰਨ ਦੀ ਗੱਲ ਕਰਦੇ ਹਾਂ। ਬ੍ਰਹਮਪੁੱਤਰ ਜਿਹੜਾ ਸਭ ਤੋਂ ਵੱਡਾ ਜਿਸ ਦੇ ਉੱਤੇ ਡੈਮ ਬਣਾਉਣ ਜਾ ਰਿਹਾ ਚਾਈਨਾ, ਤੇ ਉਹ ਤਾਂ ਇਹਨਾਂ ਨੂੰ ਜਿਹੜਾ ਬਿਲਕੁਲ ਥਸਟੀ ਮਾਰ ਦੇਗਾ। ਸੋ ਇਹ ਸਾਰਾ ਜਿਹੜਾ ਨਾਲ ਦੀ ਨਾਲ ਚੱਲ ਰਿਹਾ ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਇਹੀ ਕਹਿ ਸਕਦੇ ਹਾਂ ਵੀ ਬੇਸ਼ੱਕ ਪਾਕਿਸਤਾਨ ਦੇ ਲਈ ਇਹ ਮੂਮੈਂਟ ਆਫ ਸੈਲੀਬ੍ਰੇਸ਼ਨ ਹੈ, ਪਰ ਅੰਡਰ ਗਾਰਡ ਨਾ ਕਰੋ ਇਹਨਾਂ ਦੇ। ਇਹ ਨਾ ਕਰੋ ਕਿ ਜੀ ਜਿਵੇਂ ਸ਼ਹਬਾਜ਼ ਸ਼ਰੀਫ ਨੇ ਕਿਹਾ ਜਿਨ੍ਹਾਂ ਨਾਲ ਪਾਕਿਸਤਾਨ ਦੇ ਉੱਤੇ ਇੰਡੀਆ ਹੁਣ ਨਹੀਂ ਹੈ, ਹੁਣ ਉਹਦੀ ਇਵੇਂ ਨਹੀਂ ਹੈ। ਇਹ ਕਿਸੇ ਹੱਦ ਤੱਕ ਵੀ ਇਹ ਕਿਉਂਕਿ ਇੱਕ ਪਾਰਟ ਹੈ ਕਿ ਜੇ ਉਹਨਾਂ ਨੇ ਆਪਣੀ ਤਬਾਹੀ ਵੀ ਕਰਵਾਉਣੀ ਹੈ ਤੇ ਮੇਬੀ ਉਸ ਤਬਾਹੀ 'ਚੋਂ ਨਿਕਲਣ, ਉਹ ਤਬਾਹੀ ਹੋਏਗੀ ਤਾਂ ਜੇ ਇਹਨਾਂ ਦਾ ਜੇ ਇਸ ਕਿਸਮ ਦੀਆਂ ਮਨਮਾਨੀਆਂ ਕਰਨਗੇ ਔਰ ਜਿਸ ਨੂੰ ਇਹਨਾਂ ਦਾ ਖੁਦ ਹੀ ਇਹਨਾਂ ਨੇ ਸਲੋਕ ਕਢਿਆ ਹੋਇਆ ਹੈ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਕਿਸੇ ਦਾ ਵਿਨਾਸ਼ ਆਉਂਦਾ ਹੈ, ਤਬਾਹੀ ਆਉਂਦੀ ਹੈ ਤੇ ਉਸ ਦੀ ਅਕਲ ਪੁੱਠੀ ਹੋ ਜਾਂਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਪਿਓਰ ਸੇ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਬਾਅਦ।